ਭਗਤ ਰਵਿਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕਿ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ-ਕੋਣਾ ਸਰਸ਼ਾਰ ਹੋਇਆ ਸੀ। ਹਰ ਪਾਸੇ ਭਗਤੀ ਲਹਿਰ, ਹਰ ਪਾਸੇ ਭਗਤ ਭਾਵਨਾ ਵਿੱਚ ਡੁੱਬੇ ਹੋਏ ਮਹਾਂਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਹੈ, ਵੈਸੇ ਤਾਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ ਦੇ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ, ਸੰਤ ਹੁੰਦੇ ਰਹੇ ਨੇ, ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ, ਜਿਸ ਦੇ ਵਿੱਚ ਚੌਂ ਦਿਸ਼ਾ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ। ਉਸੇ ਹੀ ਭਗਤੀ ਕਾਲ ਦੇ ਵਿੱਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ 'ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ 'ਤੇ ਉੱਚਾ ਕੀਤਾ, ਜੀਵਨ ਦੀ ਜਾਚ ਦੱਸੀ। ਰਵਿਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ। ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ, ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ, ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ। ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ, ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ, ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ, ਵਾਸਤਵਿਕ ਚਮਾਰ ਤੇ ਉਹੀ ਹੈ, ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ, ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ। ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ। ਚਮੜੇ ਦਾ ਕੰਮ ਕਰਦਿਆਂ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ, ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖੇ। ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ। ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ, ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ, ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ, ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪ੍ਰਫੁੱਲਤ ਹੋਇਆ। ਦਰਅਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ, ਬਸ ਉਹ ਗੀਤ ਰਾਹੀਂ, ਸੰਗੀਤ ਰਾਹੀਂ। ਸੰਗੀਤ ਔਰ ਗੀਤ ਪ੍ਰਮਾਤਮਾ ਦੇ ਬਹੁਤ ਨਿਕਟ ਹੈ, ਬਹੁਤ ਨਿਕਟ ਹੈ। ਸੰਗੀਤ ਇੱਕ ਕਲਾ ਹੈ, ਗੀਤ ਇੱਕ ਕਲਾ ਹੈ, ਤੇ ਪ੍ਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ। ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ, ਕੋਮਲ ਰੂਪ ਉਸਦਾ ਧਰਤੀ ਤੋਂ ਬਾਹਰ ਨਿਕਲਦਾ ਹੈ, ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ, ਸ਼ਾਖਾਂ ਪੱਤੇ, ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ, ਫਲ ਲੱਗਦੇ ਨੇ। ਇਹ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾਂ ਰਹਿ ਨਹੀਂ ਸਕਦਾ ਮਨੁੱਖ ਅਧਿਆਤਮਵਾਸੀ। ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ, ਸਾਗਰ ਦੇ ਚੋਂ ਭਾਪ ਉੱਠਦੀ ਹੈ, ਉਮੜ ਉਮੜ ਕੇ ਉਹ ਚਾਰੋਂ ਪਾਸੇ ਬਰਸਦੀ ਹੈ। ਇਹ ਇੱਕ ਮਹਾਨ ਕਲਾ ਹੈ। ਪਹਾੜਾਂ ਦੇ ਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ, ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਅਸਲ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ। ਕਦੀ ਕਦੀ ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਔਰ ਲੇਖਕ ਲੋਕ ਆਪਣੀ ਕਲਾ ਦੀ ਖਾਸ ਰੂਪ ਦੇ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ, ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ, ਹਰ ਥਾਂ ਤੇ ਹੋ ਰਹੀ ਹੈ। ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ। ਚਾਹੇ ਆਸਮਾਨ ਤੇ ਝਾਤ ਮਾਰੀਏ, ਚਾਹੇ ਸਾਗਰ ਤੇ ਨਿਗਾਹ ਮਾਰੀਏ, ਚਾਹੇ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ, ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ, ਚਾਹੇ ਪਸ਼ੂਆਂ ਨੂੰ ਵੇਖੀਏ, ਪਕਸ਼ੀਆਂ ਨੂੰ ਵੇਖੀਏ, ਬਨਸਪਤੀ ਨੂੰ ਵੇਖੀਏ, ਹਰ ਥਾਂ ਤੇ ਉਸ ਦੀ ਕਲਾ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਔਰ ਉਹ ਐਸਾ ਕਲਾਕਾਰ ਹੈ
ਕਿ ਹਰ ਕਲਾ ਦੇ ਵਿੱਚ ਉਹ ਨਿਪੁੰਨ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ। ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ, ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਰਾਂ ਦੀ ਖੱਲ ਲਾਹਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪਰਮਾਤਮਾ ਬੋਲ ਰਿਹਾ ਹੈ, ਇਹ ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਦੇ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛੀਂਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛੀਂਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ ਹੈ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਹੈ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ। ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਦੋ ਨਾਹੀ ਤੈ ਠਾਉ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ। ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ, ਜਦ ਕਿ ਹਰ ਬੰਦਾ
ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ हैं हम करवटें हर सू बदलते हैं, जो जल जाता है ये पहलू तो वो पहलू बदलते हैं। इतनी दुख है, इतनी पीड़ा है, इतना कलेश है। इस दुख भरे वातावरण दे च, इस कलेश भरे संसार दे च रविदास कहंदे ने मेरी नगरी दा नां है बेगमपुरा। उत्थे दुख नहीं है, उत्थे होर भी कुछ नहीं है कि ना तशवीश खिराज ना माल, खौफ ना खता ना तरस जवाल। उत्थे कोई चिंता भी नहीं है। मनुखता दे उत्ते दृष्टि मारी है ते हर बंदा चिंता दे जी रहा है। गुरु अर्जन देव जी महाराज भी ऐसा ही फरमान करते ने, चिंतत ही दिसै सब कोय। सारा जगत चिंता दे विच ही दिखाई दे रहा है, चिंता दे विच ही जी रहा है। चारों पासे देखते हैं मनुख दी अखां दे चिंता, मनुख दे बोलां दे चिंता, मनुख दे चेहरे दे चिंता। उठदियां बैठदियां हौके मनुख दे दसदे ने कि चिंता दे जी रहा है। ते चिंता भविष्य दी ही हुंदी है। पता नहीं आने वाला कल कैसा होवेगा, इसकी चिंता। पर रविदास कहंदे ने मेरी नगरी दे चिंता है ही नहीं। जीवन का एक ढंग है। ये नगरी बार नहीं है। ये शहर किसी नक्शे दे देखांगे ते नहीं मिलेगा। दरअसल एक हालत है, ये मन की एक अवस्था है, एक जीवन का ढंग है। एक आलम का कहना है, जो हंस रहा है सो हंस रहेगा, जो रो रहा है सो रो रहेगा। सकूने कल्ब से खुदा खुदा कर, जो कुछ के होना है सो हो रहेगा। तू अपना सकूने कल्ब नाश ना कर। जो कुछ होना है वो तेरे कीतियां टलना नहीं, रुकना नहीं। हाँ, तू इतना ही कर सकता है कि जो कुछ होना है इनू खिड़े मत्थे तस्लीम कर ले। जो कुछ होना है इनू खिड़े मत्थे प्रवान कर ले। जो कुछ होना है उन्होंने अपनी झोली दे पा ले। तो रविदास कहंदे ने जिस शहर दा मैं वासी, उत्थे चिंता नहीं है, ना तशवीश, खिराज ना माल। खिराज टैक्स। दुनिया दे च रहिंदियां जैसे जैसे बंदे दी धन संपदा वधदी है, माल असबाब वधदा है, तो टैक्स भी वधदा है। तरह तरह दे ओनू टैक्स भी देने पैंदे, खिराज भी देना पैंदा है। लेकिन रविदास जी महाराज कहंदे ने कि संपदा वधदी जा रही है, धन वधदा जा रहा है, परम आनंद वधदा जा रहा है, पर मेरे ते कोई टैक्स नहीं, मेरे ते कोई खिराज नहीं किसी प्रकार का भी। हालांकि बैरूनी दुनिया च असीं देखते हैं कि मनुख का सुख वधे, मनुख का आराम वधे, मनुख की दौलत वधे, मनुख की संपदा वधे, ते उहदे नाल ऐ भी एक चिंता वधदी है, दुख वधदा है कि टैक्स वधेगा, खराज देना पेगा। पर रविदास जी महाराज कहते ना तशवीश खराज ना माल। जो माल मेरे कोल है उस ते मैनू खराज नहीं देना पैंदा, टैक्स नहीं देना पैंदा। सवाल इत्थे पैदा हुंदा है, माल की है? माल ऐसा है, दुनियावी दौलत नाल उसनू खरीदना बहुत ही कठिन है, अत्यंत कठिन है। सोने दियां मोहरां दे के निश्चिंतता खरीदनी बड़ी औखी गल है। सोने दियां मोहरां दे के दया, शील, संजम बाजार दे चों नहीं मिलेगा। संतोख ते सबर ये किसी दुकान तो नहीं मिलेगा, किसी बाजार दे च नहीं मिलेगा। ये ऐसे गुण ने, ऐसा माल असबाब है जो दुनिया दे बाजार दे च नहीं मिलेगा। स्वयं भगत कबीर ने इसनू इस ढंग नाल बयान किया है
कि राम पदार्थ पाए के कबीरा गांठ न खोल। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਐ ਕਬੀਰ, ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ। ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ? ਕਿ ਐਸਾ ਬੈਰੂਨੀ ਦੁਨੀਆ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। नहीं पटन नहीं पारखो नहीं गाहक नहीं मोल। कोई पटन नहीं है, कोई बाजार नहीं है, कोई ऐसा स्थान नहीं है जिथे बैठ के इस पदार्थ नूं वेचिया जा सके। भगत कबीर कहंदे ने, जे मबा दा इस अमर पदार्थ नूं, इस दैवी गुणां दी गठड़ी नूं मैं दुनिया दे बाजार दे खोल भी लवां, जैसे कोई हीरिਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ। ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ ਹੈ। ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਏਮਾਨ ਤੇ ਨਹੀਂ, लेकिन कबीर कहते हैं मैनू ऐसा मजबूरन ये हीरियां दी पंड उत्थे खोलनी पई है जो बाजार ही कोलियां दा है, जो बाजार ही पत्थरां दा है, जो बाजार ही लोहे दा है। मजबूरी है कि जिहड़े हीरे मेरे कोल ने इन्हां दा कोई बाजार ही नहीं है। दरअसल दुनिया दे किसे बाजार दे च भी चले जाइए, सबर कित्थों मंगीए, संतोख कित्थों मंगीए, किहड़ी दुकान तो मंगीए, शील संजम दया किस दुकान तो मंगीए। ये दैवी गुणा दी दौलत, इस दे कोई बाजार नहीं ने। नहीं पठन नहीं पारखो। आम बाजार दे भगत कबीर कहंदे जे मैं बैठ भी जावां तो वाकई ये रब दियां महान गल्लां आम बाजार विच ही कहणियां पैंदियां, आम दुनियादारां दे सामने ही रखणियां पैंदियां ने, जिथे वाकई ऐसा देखण दे चाया है कोई पारखू ही नहीं आउंदा। क्योंकि कोलियां दी मंडी दे ते कोलियां दे पारखू आणगे, पत्थरां दी मार्केट दे पत्थरां दे जानकार आणगे, लक्कड़ मंडी दे लकड़ां दे खरीदार आउणगे ते लकड़ां दे पारखू आणगे। ये किहड़ी लक्कड़ है, चंगी है माड़ी है, इमारती है जलाऊ है, लकड़ां दे ही खरीदार आउणगे लक्कड़ मंडी दे ते लोहा मंडी दे लोहे दे ही खरीदार आउणगे। भगत कबीर कहंदे ने इन्हां मंडियां च मैं बैठ गया हीरियां दा व्यापार करन लई। हीरियां दी पंड खोल के मैं उत्थे बैठ गया। अक्सर भगत लोगां ने प्रभु दे गीत उन्हां लोकां नूं सुणाए ने जो प्रभु दे गीत ना सुनना चाहते सन ते ना ही उन्हां दी सूझ ते समझ सी। यही कारण है कि भगत जो कहंदे रहे संसार दा उन्हां बोलां नाल तालमेल नहीं बैठता रहा, संसार विरोधता करता रहा। तो भगत जी कहंदे ने कोई पारखू ही नहीं है। मैं बैठा, लोकी कोले खरीदते पे ने, इट्टां खरीदते पे ने, पत्थर खरीद रहे ने, लोहा खरीद रहे ने, लकड़ा खरीद रहे ने, तो मैं पोटली खोल के बैठा, मेरी तरफ कोई आउंदा ही नहीं, कोई खरीदार ही नहीं, कोई पारखू नहीं। नहीं पटन नहीं पारखू नहीं गाहक, फिर कोई खरीदार ही नहीं, गाहक ही नहीं है। जो चीज मेरे कोल है इसका कोई खरीदार ही नहीं है। देखण दे चाया है एक राजनीतिक दे पिछे जितनी भीड़ चल पैंदी है, एक धनवान दे आले जितनी दुनिया मंडलाउंदी है, अध्यात्म दर्शी दी जीवदियां जी करीबन करीबन संसार ने विरोधता ही कीती है। उहदे बोलां नाल, उहदी जिंदगी नाल जगत सहमत नहीं होया। तो श्री कबीर कहंदे ने कोई ग्राहक ही नहीं है। ते जे मबा दा इस बहुती भीड़ दे जो कोलियां दे ग्राहक ने, लोहे दे ग्राहक ने, किधरे एक कद
इस हीरे दा ग्राहक आ भी जाए, पारखू आ भी जाए, तां नहीं मोल ओ मुल देण नूं तैयार नहीं, वो मुल नहीं उतारदा। समझते है ये हीरा है, परखते है उसनूं, और वो खरीदार भी है, लेकिन मुल नहीं देना चाहता। इत्थे सवाल पैदा हुंदा है, मुल की है? कंचन स्यों पाइए नहीं तोल, मन दे राम लिया है मोल। मन ही उसदा मुल है। अपना मन भेंट करिए ते राम नाम दा हीरा प्राप्त करिए, पर यह मुल देण नूं कोई तैयार ही नहीं। इस वास्ते खरीदार होंदियां होयां भी, पारखू होंदियां होयां भी, सूझ समझ रखदियां होयां भी कई मनुख इस महान हीरिਆਂ तो वांझे रह जाते हैं, क्योंकि मुल नहीं उतारते, मुल जो है नहीं देना चाहते। तो आम इन्हां ब्रह्म ज्ञानियां नूं, भगत लोगां नूं ये अपने बोल ऐन संसारी मनुखां दे सामने रखने पे। श्री रविदास जी महाराज कहते, ना तशवीश खिराज ना माल। माल मेरा वधदा जा रहा है, धन पदार्थ मेरा वधदा जा रहा है, पर इसते मैनू कोई खराज नहीं देना पैंदा, इसते मैनू कोई टैक्स नहीं देना पैंदा। खौफ ना खता ना तरस जवाल। फिर जिस शहर दे च मैं रहना, उत्थे किसी प्रकार का कोई खौफ नहीं, डर नहीं। अज ते असीं देखते हैं कि जंगलों दे च खौफ खत्म होंदा जा रहा है, शहरों दे च खौफ वधदा जा रहा है। जंगलों दे च जंगली जानवर घटते जा रहे हैं, शहरों दे च जंगली जानवर वधदे जा रहे हैं। चार पैरां वाले चौपाए जानवर जंगलों दे च घटते जा रहे हैं, दो पैरां वाले जानवर वधदे जा रहे हैं। ते अजोके युग दे च चार पैरां वाले जानवरों का इतना खतरा नहीं रहा, दो पैरां वाले जानवर का खतरा वध गया। प्राचीन समय दे च चौपायां का खतरा सी, और उन्हां तो बचाव दे ही सारे उपराले करने पैंदे सन, साधन जुटाने पैंदे सन। सारी सारी रात अग बाल के रखनी पैंदी सी, कोई शेर ना आ जाए, कोई चीता हमला आवर ना हो जाए, या फिर सप्पां तो बचण दे उपराले करने पैंदे सन, हाथियां तो बचण दे उपराले करने पैंदे सन। अज ते सारे उपराले वसीले ने इस दो पैरां वाले जानवर तो किस ढंग नाल अपने आप नूं बचाइए ते अपने आप नूं सुरक्षित करिए। श्री रविदास जी महाराज कहते हैं, जिस शहर का मैं वासी, उस शहर दे च खौफ नहीं है, डर नहीं है, ना कोई डरांदा है ना कोई डरदा है। दरअसल यही ब्रह्म ज्ञानी दे लक्षण ने। गुरु तेग बहादुर साहब जी महाराज फरमान करते हैं, भय काहू को देत न भय मानत आन, कहो नानक सुन रे मना, ज्ञानी ताहे बखान। डराना दुष्टपना है, डरना कायरता है, बुजदिली है। बुजदिल भी परमात्मा तो दूर है, पर जालिम भी परमात्मा तो दूर है। बहुत वड्डा भयानक मानसिक रोग है डरना ते डराना। इस तो भगत उच्चा जीवदा है। तो भगत रविदास जी महाराज कहते ने, जिस शहर का मैं वासी, उत्थे खौफ नहीं है, खता उत्थे धोखे भी नहीं ने, उत्थे छल नहीं है, उत्थे कपट नहीं है। जिस दुनिया का मैं वासी हाँ, जिस शहर का मैं वासी हाँ, उत्थे धोखा नहीं है। धोखा देना, धोखा खाना, इन्हां दोहां तो उच्ची जिंदगी है, इन्हां दोहां तो उच्चा जीवना है। ते जवाल कहंदे ने ढैंदी कला नूं, पछती नूं। उन ते आलमां दा कहना है, हर कमाले रा जवाल। कोई ऐसा कमाल नहीं जो जवाल दी तरफ नहीं जाता, कोई ऐसा चढ़ना नहीं जो ढैंदी कला दी नहीं तरफ नहीं जाता। ऊचंग ता नीचंग नाना सो मूचंग। साहिब श्री गुरु अर्जन देव जी महाराज का कहना, ऊंचा चढ़े सो जाए भयाला। जो ऊपर जा रहा है आखिर थल्ले आएगा, जो ऊंचा उठ रहा है आखिर थल्ले आएगा।
ਬੱਚਾ ਵਧ ਰਿਹਾ ਹੈ, ਤਾਕਤ ਵਧ ਰਹੀ ਹੈ, ਸੁੰਦਰਤਾ ਵਧ ਰਹੀ ਹੈ, ਸ਼ਕਤੀ ਵਧ ਰਹੀ ਹੈ। ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟ ਜਾਏਗਾ। ਹੁਣ ਢਹਿੰਦੀ ਕਲਾ, ਹੁਣ ਜ਼ਵਾਲ, ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤੰ। ਆਖਿਰ ਇਸਤਰੀ ਦਾ ਮੋਹ, ਭਰਾਵਾਂ ਦਾ ਮੋਹ ਵੀ ਇੱਕ ਸਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਪੁੱਤਰਾਂ ਦਾ ਮੋਹ ਵੀ ਇੱਕ ਸਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਘਟਦੇ ਨੇ, ਜ਼ਮੀਨ ਵੀ ਘਟਦੇ ਨੇ। ਤੇ ਜੋ ਘਟਦਾ ਹੈ ਆਖਿਰ ਮਿਟਦਾ ਹੈ, ਜੋ ਵੱਧਦਾ ਹੈ ਉਹ ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ। ਉਹ ਪ੍ਰਮਾਤਮਾ ਜਾਂ ਜੋ ਪ੍ਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਈਸ਼ਵਰ ਦੇ ਚ, ਅਕਾਲ ਪੁਰਖ ਦੇ ਚ ਨਾ ਘਟਣਾ ਹੈ ਨਾ ਵਧਣਾ ਹੈ। ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ, ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ, ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ, ਘਟਣਾ, ਮਿਟਣਾ, ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ। ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ। ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁਖ, ਜੋ ਨੇਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਅਬ ਮੈਂ ਖੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਦੇ ਚ ਸਦੀਵੀ ਖੈਰ ਬਣਿਆ ਹੋਇਆ ਹੈ, ਸਦਾ ਹੀ ਖੈਰ, ਸਦਾ ਹੀ ਚੜ੍ਹਦੀਆਂ ਕਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ। ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਦੇ ਚ ਪੜ੍ਹਨ ਨੂੰ ਜੋ ਹੈ ਨਾ ਮਿਲਣ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਅਬ ਮੈਂ ਖੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਇਹ ਮੇਰੇ ਭਰਾ, ਉੱਥੇ ਸਦੀਵੀ ਖੈਰ ਹੈ, ਉੱਥੇ ਸਦੀਵੀ ਆਨੰਦ ਹੈ। ਮੈਂ ਉਸ ਸ਼ਹਿਰ ਦਾ ਵਾਸੀ, ਮੈਂ ਉਸ ਨਗਰੀ ਦਾ ਵਾਸੀ, ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ। ਹਕੀਕਤ ਹੈ, ਬੈਰੂਨੀ ਦੁਨੀਆ ਦੇ ਚ ਜਿਸ ਮੁਲਕ ਦੇ ਸੁੱਖ ਜ਼ਿਆਦਾ ਹੋਵੇ, ਉਹ ਮੁਲਕ ਬਾਕੀ ਲੋਕਾਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ। ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਦੇ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ, ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਹੀ ਉਹ ਦੂਸਰੇ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲੇ ਨੇ। ਕੋਈ ਵੀ ਆਵੇ ਇਸ ਬੇਗਮਪੁਰੇ ਦੇ ਚ ਵਸੇ ਤੇ ਆਨੰਦ ਲਵੇ, ਸੁਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆ, ਸਭ ਨੂੰ ਢਡੋਰਾ